159 ਦਾ 159 ਸਰ 159 ਜੀ। ਮਾਨਯੋਗ ਸਪੀਕਰ ਸਾਹਿਬ, ਹਾਂਜੀ, ਵਿਧਾਨ ਸਭਾ ਹਲਕਾ ਦਸੂਹਾ ਹੁਸ਼ਿਆਰਪੁਰ ਦੇ ਕੰਢੀ ਏਰੀਆ ਜਿਵੇਂ ਕਿ ਕਮਾਈ ਦੇਵੀ, ਦਤਾਰਪੁਰ, ਸ਼੍ਰੀ ਪਡੈਮ, ਸੰਸਾਰਪੁਰ, ਮੁੱਕੋਵਾਲ, ਧਰਮਪੁਰ, ਭੋਲ ਕਲੋਤਾ, ਚਮੂਈ ਅਤੇ ਭੋਬੋਤਾੜ ਪਿੰਡਾਂ ਵਿੱਚ ਕੋਈ ਵੀ ਸਰਕਾਰੀ ਬੱਸ ਨਹੀਂ ਚੱਲਦੀ, ਪਰ ਹੁਣ ਇਸ ਰੂਟ ਤੇ ਬੱਸ ਸੇਵਾ ਚਲਾਉਣ ਲਈ ਸਰਵੇ ਕਰਾ ਲਿਆ ਜਾਵੇਗਾ ਅਤੇ ਸਵਾਰੀ ਉਪਲਬਧ ਹੋਣ ਦੀ ਸੂਰਤ ਵਿੱਚ ਬੱਸ ਸੇਵਾ ਮੁਹੱਈਆ ਕਰਵਾਉਣ ਲਈ ਵਿਚਾਰ ਲਿਆ ਜਾਵੇਗਾ। ਇਹ ਪੁਰਾਣੀਆਂ ਸਰਕਾਰਾਂ ਦੀ ਬੜੀ ਅਣਦੇਖੀ ਤੇ ਨਲਾਇਕੀ ਆ। ਜਿਹੜਾ ਵੇਖੋ ਐਡਾ ਵੱਡਾ ਏਰੀਆ ਜਿਹਦੇ ਵਿੱਚ ਪਿਛਲੇ ਲੰਮੇ ਸਮੇਂ ਤੋਂ ਬੱਸਾਂ ਨਹੀਂ ਚੱਲੀਆਂ, ਇਹ ਵੇਖੋ ਇਹ ਆਜ਼ਾਦੀ ਆ। ਸਾਡੀ ਆਪਣੀ ਹੀ ਪਾਰਟੀ ਦੇ ਸਾਡੇ ਮੈਂਬਰ ਸਾਹਿਬਾਨ ਸਾਨੂੰ ਸਵਾਲ ਕਰ ਰਹੇ ਆ, ਕਿਉਂਕਿ ਇਹ ਜਿਹੜੇ ਸਵਾਲ ਪਾਉਂਦੇ ਤੇ ਪਿਛਲੀਆਂ ਸਰਕਾਰਾਂ ਦੇ, ਕਿਉਂਕਿ ਪਿਛਲਾ ਲੰਮਾ ਸਮਾਂ ਇਹ ਬੱਸਾਂ ਦੇ ਰੂਟ ਨਹੀਂ ਚੱਲੇ। ਪਰ ਅਸੀਂ ਇਹ ਸਰਵੇ ਕਰਾ ਕੇ ਸਾਰੀਆਂ ਹੀ ਬੱਸਾਂ ਹਰ ਪਿੰਡ ਤੱਕ ਪਹੁੰਚਦੀ ਕਰਾਂਗੇ। ਜਿਹੜੇ ਸਾਡੇ ਪਿੰਡਾਂ ਦੇ ਵਿੱਚ ਬੱਚੇ ਬੱਚੀਆਂ ਜਿਹੜੇ ਘੱਟ ਪੜ੍ਹੇ ਆ ਜਾਂ ਅਨਪੜ੍ਹ ਰਹਿ ਗਏ, ਅਨਪੜ੍ਹਤਾ ਰਹਿ ਗਈ, ਉਹ ਵੱਡਾ ਕਾਰਨ ਇਹੋ ਹੀ ਆ ਜਿਹੜੇ ਬੱਸਾਂ ਦੇ ਰੂਟ ਜਿਹੜੇ ਪਿੰਡਾਂ 'ਚ ਪਛੜੇ ਏਰੀਆ ਨੂੰ ਨਹੀਂ ਦਿੱਤੇ ਗਏ, ਜਿਹਦਾ ਕਰਕੇ ਸਾਡਾ ਪੰਜਾਬ ਜਿਹੜਾ ਪਿੱਛੇ ਰਹਿ ਗਿਆ। ਲੰਮਾ ਸਮਾਂ ਜਿਹੜਾ ਸਾਨੂੰ ਸੰਤਾਪ, ਪਹਿਲਾਂ ਅੱਤਵਾਦ ਦਾ ਭੋਗਣਾ ਪਿਆ, ਮੁੜ ਕੇ ਇਹਨਾਂ ਸਰਕਾਰਾਂ ਦੀਆਂ ਅਣਦੇਖੀਆਂ ਦਾ। ਥੈਂਕ ਯੂ। ਧੰਨਵਾਦ ਜੀ। ਕਰਮਵੀਰ ਜੀ। ਸਪੀਕਰ ਸਾਹਿਬ, ਮੈਂ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਕਿ ਇਹਨਾਂ ਨੇ ਬੜੀ ਗੰਭੀਰਤਾ ਦੇ ਨਾਲ ਇਸ ਸਵਾਲ ਨੂੰ ਲਿਆ। ਹੈ ਵੀ ਇਹ ਬੜਾ ਗੰਭੀਰ ਮਸਲਾ, ਕਿਉਂਕਿ ਇਹ ਜਿਹੜੇ ਇਲਾਕੇ ਮੈਂ ਬੋਲੇ ਨੇ ਇਹ ਸਾਡੇ ਸਾਰੇ ਹਿਮਾਚਲ ਦੇ ਨਾਲ ਲੱਗਦੇ ਹੋਏ ਨੇ ਤੇ ਇਹਨਾਂ ਦੇ ਵਿੱਚ ਪਹਿਲਾਂ ਤਾਂ ਨੈਟਵਰਕ ਦੀ ਸਮੱਸਿਆ ਹੈ, ਫੋਨ ਨਹੀਂ ਚੱਲਦੇ, ਹੈਲਥ ਸਿਸਟਮ ਦੀ ਪ੍ਰੋਬਲਮ ਆ, ਤੇ ਜਿਹੜੀ ਤੀਜੀ ਪ੍ਰੋਬਲਮ ਇਹਦੇ ਵਿੱਚ ਅੱਜ ਜਿਹੜੀ ਟਰਾਂਸਪੋਰਟ ਦੀ ਲੋਕਾਂ ਦਾ ਆਉਣਾ ਜਾਣਾ ਬੜਾ ਔਖਾ ਹੈ। ਮੈਂ ਮੰਤਰੀ ਸਾਹਿਬ ਨੂੰ ਇਹ ਸਵਾਲ ਕਰਦਾ ਕਿ ਕਦੋਂ ਤੱਕ ਇਹ ਜਿਹੜੇ ਸਰਵੇ ਹੋ ਸਕਦਾ ਆ, ਤੇ ਜਿਹੜੀ ਇੱਕ ਉੱਥੇ ਸਟਾਫ ਦੀ ਮੈਂ ਇੱਕ ਆਰਟੀਆਈ ਪਾਈ ਸੀ, ਉਹਨਾਂ ਦੱਸਿਆ ਸਟਾਫ ਦੀ ਬਹੁਤ ਕਮੀ ਹੈ। ਜਿਹੜੇ ਬੱਸ ਰੂਟ ਜਿਹੜੇ ਬੰਦ ਪਏ ਨੇ ਉਹ ਵੀ ਕਿਰਪਾ ਕਰਕੇ ਚਲਾਏ ਜਾਣ। ਲੰਬੀਆਂ ਬੱਸਾਂ ਜਿਹੜੇ ਚੰਡੀਗੜ੍ਹ ਤੱਕ ਜਾਂਦੀਆਂ ਨੇ ਸਾਡੀਆਂ ਬੱਸਾਂ, ਕਦੋਂ ਤੱਕ ਮੰਤਰੀ ਜੀ ਤੁਸੀਂ ਇਹ ਕਰ ਦਿਓਗੇ ਜੀ? ਮਾਨਯੋਗ ਸਪੀਕਰ ਸਾਹਿਬ, ਲੋਕਾਂ ਨੂੰ ਹਜਮ ਨਹੀਂ ਹੋ ਰਿਹਾ ਉਹ, ਹਨਾ ਵੀ 4 ਸਾਲ ਲਈ ਤੁਸੀਂ 17 ਤੋਂ 21 ਤੱਕ ਉਹ ਨੌਜਵਾਨਾਂ ਨੂੰ, ਉਸ ਤੋਂ ਬਾਅਦ ਉਹਨਾਂ ਦਾ ਕੈਰੀਅਰ ਕੀ ਹੋਊਗਾ, ਸੋ ਉਹਦੇ ਤੇ ਉਹਨਾਂ ਦੇ ਜੇ ਮਤਾ ਆਊਗਾ ਤਾਂ ਉਹਦੇ ਹੱਕ ਦੇ ਵਿੱਚ ਜਾਵਾਂਗੇ ਅਸੀਂ, ਜਿਹੜਾ ਉਸ ਸਕੀਮ ਦੇ ਅਗੇਂਸਟ ਆਊਗਾ। ਤੁਹਾਡੇ ਜ਼ਿਹਨ 'ਚ ਕੋਈ ਮੁੱਦਾ ਹੈ ਅਜਿਹਾ ਜੋ ਆਖਰੀ ਦਿਨ ਤੁਸੀਂ? ਚਲੋ ਮੌਕੇ ਤਕਰੀਬਨ ਮੁੱਦੇ ਕਾਫੀ ਹੈਗੇ, ਜੇ ਸਮਾਂ ਦੇਣਗੇ ਤਾਂ ਮੁੱਦੇ ਬਹੁਤ ਨੇ ਪੰਜਾਬ ਦੇ। ਕੱਲ ਵੀ ਇਹੀ ਚਰਚਾ ਚੱਲਦੀ ਰਹੀ ਕਿ ਸਮਾਂ ਨਹੀਂ, ਕਿਸਾਨਾਂ ਦਾ ਮੁੱਦਾ ਵਾ ਅਹਿਮ, ਨੈਸ਼ਨਲ ਹਾਈਵੇ ਵੱਲੋਂ ਨਾ ਜ਼ਬਰਦਸਤੀ ਜ਼ਮੀਨਾਂ ਤੇ ਕਬਜ਼ੇ ਕੀਤੇ ਜਾ ਰਹੇ ਨੇ, ਉਹ ਸਭ ਤੋਂ ਅਹਿਮ ਮੁੱਦਾ ਆ। ਸਾਡੇ ਮੇਰੇ ਹਲਕੇ 'ਚ ਭੱਠਾਤੂਆ ਪਿੰਡ ਆ, ਦਾਖੇ ਹਲਕੇ ਦੇ ਵਿੱਚ ਗਿੱਲ ਹਲਕੇ 'ਚ ਕਾਲਖ ਕੱਲ੍ਹ ਬਹੁਤ ਵੱਡਾ ਉੱਥੇ ਪ੍ਰੋਟੈਸਟ ਹੋਇਆ ਵਾ। ਇਸੇ ਤਰ੍ਹਾਂ ਇੱਕ ਕੁਰਾਲੀ ਇੱਥੇ ਆਪਣਾ ਮੋਹਾਲੀ ਇੱਕ ਬਾਈਪਾਸ ਨਿਕਲ ਰਿਹਾ, ਉਹ ਧਰਨਾ ਚੱਲ ਰਿਹਾ ਡੀਸੀ ਦਫ਼ਤਰ ਦੇ ਬਾਹਰ, ਕਾਫੀ ਪਿੰਡਾਂ ਦੇ ਲੋਕਾਂ ਵੱਲੋਂ, ਤਕਰੀਬਨ 17-18 ਪਿੰਡਾਂ ਦੇ ਲੋਕਾਂ ਵੱਲੋਂ। ਸੋ ਉਹ ਜਿਹੜੇ ਅਹਿਮ ਮੁੱਦੇ ਆ ਵੀ ਜ਼ਬਰਦਸਤੀ ਕਿਸਾਨਾਂ ਦੀਆਂ ਜ਼ਮੀਨਾਂ ਉਹ ਕਬਜ਼ਾ ਕੀਤਾ ਜਾ ਰਿਹਾ, ਉਹਨਾਂ ਦੀ ਸਹਿਮਤੀ ਤੋਂ ਬਿਨਾਂ, ਉਹਨੇ ਪੈਸਾ ਵੀ ਨਹੀਂ ਚੱਕਿਆ ਹਜੇ। ਸੋ ਇਹ ਕਿਸਾਨਾਂ ਦੀ ਜਿਹੜੀ ਹੈਗੀ ਆ, ਇਹ ਜ਼ਮੀਨਾਂ ਦੀ ਰਾਖੀ ਕਰਨੀ ਸਰਕਾਰ ਦੀ ਜ਼ਿੰਮੇਵਾਰੀ ਆ, ਤੇ ਉਹਨਾਂ ਨਾਲ ਬਹਿ ਕੇ ਪੂਰਾ ਰੇਟ ਦਿੱਤਾ ਜਾਵੇ, ਫਿਰ ਉਹ ਜ਼ਮੀਨਾਂ ਦੇ ਉੱਪਰ ਸਰਕਾਰ ਕਬਜ਼ਾ ਕਰੇ। ਮਨਪ੍ਰੀਤ ਸਿੰਘ ਅਯਾਲੀ ਅਕਾਲੀ ਦਲ ਦੇ ਵਿਧਾਇਕ ਨੇ ਵਿਧਾਨ ਸਭਾ ਪਹੁੰਚੇ ਨੇ। तमाम ਮੁੱਦਿਆਂ ਨੂੰ ਲੈ ਕੇ ਅੱਜ ਜਿਹੜਾ ਹੈ ਉਹ ਟਾਈਮ ਮੰਗ ਕੇ ਚਰਚਾ ਜਿਹੜੀ ਹੈ ਉਹ ਕੀਤੀ ਜਾਏਗੀ। ਔਰ ਬਾਕੀ ਵੀ ਵਿਧਾਇਕ ਤੁਸੀਂ ਵੇਖੋ ਪਹੁੰਚ ਰਹੇ ਨੇ। ਪ੍ਰਗਟ ਸਿੰਘ ਕਾਂਗਰਸ ਦੇ ਵਿਧਾਇਕ ਨੇ ਜਲੰਧਰ ਤੋਂ, ਉਹ ਪਹੁੰਚੇ ਨੇ, ਗੱਲਬਾਤ ਕਰਨ ਦੀ ਕੋਸ਼ਿਸ਼। ਥੈਂਕ ਯੂ ਜੀ, ਥੈਂਕ ਯੂ। ਪੁਰੀ ਜੀ। ਸਰ ਮੈਂ ਮੰਤਰੀ ਜੀ ਨੂੰ ਪੁੱਛਣਾ ਚਾਹੁੰਦਾ, ਲੇਕਿਨ ਅੱਜ ਤਾਂ ਮੈਨੂੰ ਲੱਗਦਾ 2 ਰੈਜ਼ੋਲੂਸ਼ਨ ਹੋਣਗੇ, ਇੱਕ ਅਗਨੀਪਥ ਤੇ ਔਰ ਦੂਸਰਾ ਪੰਜਾਬ ਯੂਨੀਵਰਸਿਟੀ ਤੇ। ਤੇ ਸਮਰਥਨ ਕਰੇਗੀ ਕਾਂਗਰਸ? ਨਹੀਂ, ਉੱਥੇ ਬਹਿਸ ਹੋਊਗੀ ਉਹਦੇ 'ਚ। ਤੁਸੀਂ ਮੰਨ ਕੇ ਚੱਲ? ਪੰਜਾਬ ਯੂਨੀਵਰਸਿਟੀ ਦਾ ਬੜਾ ਕਲੀਅਰ ਕੱਟ ਮੈਂਡੇਟ ਹੋਣਾ ਚਾਹੀਦਾ ਕਿ ਪੰਜਾਬ ਯੂਨੀਵਰਸਿਟੀ ਪੰਜਾਬ ਦਾ ਇੱਕ ਬਹੁਤ ਪ੍ਰੀਮੀਅਰ ਇੰਸਟੀਟਿਊਸ਼ਨ ਹੈਗੀ ਆ, ਐਂਡ ਇਹ ਕਿਸੇ ਹਾਲਤ 'ਚ ਵੀ ਸੈਂਟਰ ਦੇ ਹੱਥਾਂ 'ਚ ਨਹੀਂ ਜਾਣੀ ਚਾਹੀਦੀ। ਅਗਨੀਪਥ ਨੂੰ ਲੈ ਕੇ ਕਿਵੇਂ ਦੇਖਦੇ? ਅਗਨੀਪਥ ਨੂੰ ਮੈਨੂੰ ਲੱਗਦਾ ਇਹਨਾਂ ਨੇ ਸਕੀਮ ਗਲਤ ਬਣਾ ਲਈ। ਪਰ ਮਨੀਸ਼ ਤਿਵਾੜੀ ਦੇ ਤੁਸੀਂ ਆਰਟੀਕਲ ਪੜ੍ਹੇ ਹੋਣੇ ਜੋ ਉਹ ਬਿਆਨ। ਮਨੀਸ਼ ਤਿਵਾੜੀ ਉਹਨਾਂ ਦਾ ਆਪਣਾ ਨਜ਼ਰੀਆ ਹੋ ਸਕਦਾ, ਮੇਰਾ ਆਪਣਾ ਨਜ਼ਰੀਆ ਜੀ, ਮੈਂ ਕਦੀ ਕਿਸੇ ਦੇ ਨਜ਼ਰੀਏ ਤੇ ਗੱਲ ਨਹੀਂ ਕਰਦਾ। ਸੋ ਇਹ ਕਿਸੇ ਮੂੰਹ 'ਚ ਨਾ ਪਾਓ ਵੀ ਹਾਂ ਵੀ ਮਨੀਸ਼ ਤਿਵਾੜੀ ਕੌਣ ਕੀ ਕਹਿੰਦਾ ਹੈਗਾ। ਲੇਕਿਨ ਮੈਨੂੰ ਇਹ ਲੱਗਦਾ ਕਿ ਜਾਂ ਤਾਂ ਇਹ ਦੇਖੋ, ਇਜ਼ਰਾਈਲ ਵਗੈਰਾ ਦੇ ਵਿੱਚ ਵੀ ਟ੍ਰੇਨਿੰਗ ਹੁੰਦੀ ਹੈ, ਉੱਥੇ ਬੱਚਿਆਂ ਨੂੰ 3 ਸਾਲ ਦੀ ਲੜਕਿਆਂ ਨੂੰ 2 ਸਾਲ ਦੀ ਲੜਕੀਆਂ ਨੂੰ ਟ੍ਰੇਨਿੰਗ, ਬਟ ਉਹ ਐਜੂਕੇਸ਼ਨ ਦਾ ਹਿੱਸਾ ਆ। ਇਹਨੂੰ ਤੁਸੀਂ ਜੌਬ ਦਾ ਹਿੱਸਾ ਨਹੀਂ ਬਣਾ ਸਕਦੇ। ਤੁਸੀਂ ਇਹ ਨਹੀਂ ਸੋਚ ਸਕਦੇ ਵੀ 4 ਸਾਲ ਦੀ ਕੋਈ ਨੌਕਰੀ ਕਰਕੇ ਫਿਰ ਰਿਟਾਇਰਮੈਂਟ ਲੈ ਕੇ ਆ ਜਾਊਗਾ। ਇਹਨੂੰ ਤੁਸੀਂ ਰੀਡਿਜ਼ਾਈਨ ਕਰਕੇ, ਮੈਨੂੰ ਗੱਲ ਸਮਝ ਆਉਂਦੀ ਆ, ਪਰ ਜੇ ਸਪੋਜ਼ ਆਪਾਂ ਕਹੀਏ ਵੀ ਹਾਂ ਵੀ ਇਹ 4 ਸਾਲ ਇਹ ਨੌਕਰੀ ਕਰਨਗੇ, ਫਿਰ ਇਹਦੇ 'ਚੋਂ ਇੰਨੇ %, ਅੱਛਾ ਇਹਨੂੰ ਸਾਡੀ ਐਜੂਕੇਸ਼ਨ ਦਾ ਹਿੱਸਾ ਕਿਉਂ ਨਹੀਂ ਬਣਾ ਲੈਂਦੇ ਅਸੀਂ?
ਜੇ ਐਜੂਕੇਸ਼ਨ ਦਾ ਹਿੱਸਾ ਬਣਾ ਲਈਏ, ਕਿਉਂਕਿ ਉੱਥੇ ਐਜੂਕੇਸ਼ਨ ਦਾ ਹਿੱਸਾ ਆ, ਬਹੁਤ ਦੇਸ਼ਾਂ ਦੇ ਵਿੱਚ ਇਹ ਐਜੂਕੇਸ਼ਨ ਦਾ ਹਿੱਸਾ ਆ, ਜਦ ਕਿ ਸਾਡੇ ਇਹਨਾਂ ਨੇ ਇਹਨੂੰ ਜੌਬ ਦਾ ਇੱਕ ਰੂਪ ਦੇ ਦਿੱਤਾ। ਮੈਨੂੰ ਲੱਗਦਾ ਜਦੋਂ ਬਾਬੂ ਡਿਜ਼ਾਈਨ ਕਰਦਾ ਨਾ, ਉਦੋਂ ਇਹ ਗੱਲ ਸੋਚਦਾ ਨਹੀਂ ਹੈ ਕਿ ਪ੍ਰੈਕਟੀਕਲ ਇਹਦੇ ਅਲਟੀਮੇਟਲੀ ਇਫੈਕਟਸ ਕੀ ਹੋਣ। ਹੋਰ ਕੋਈ ਮੁੱਦਾ ਜੋ ਅੱਜ ਤੁਸੀਂ ਤੁਹਾਡੇ ਜ਼ਿਹਨ 'ਚ, ਨਹੀਂ ਮੇਰਾ ਕਿਉਂਕਿ ਸਮੇਂ ਨੂੰ ਲੈ ਕੇ ਬਾਰ-ਬਾਰ ਕਿਹਾ ਜਾਂਦਾ ਹੈ ਕਿ ਸਮੇਂ ਕਾਂਗਰਸ ਪਾਰਟੀ ਨੂੰ ਬਹੁਤ ਘੱਟ ਮਿਲਦਾ ਹੈ। ਨਹੀਂ ਸਮਾਂ ਤਾਂ ਵੱਧ ਚਾਹੀਦਾ ਹੈਗਾ। ਦੇਖੋ ਮੈਂ ਇਕੱਲੀ ਕਾਂਗਰਸ ਪਾਰਟੀ ਦੀ ਹੀ ਗੱਲ ਕਰਦਾ, ਇਹਨਾਂ ਕੋਲ 92 MLA ਆ, ਇਹਨਾਂ ਦੇ ਬਹੁਤੇ MLA ਸੁੱਚੇ ਮੂੰਹ ਚਲੇ ਗਏ ਹੋਣੇ ਆ। ਸੋ ਸਾਰਿਆਂ ਨੂੰ ਮੌਕਾ ਦਿਓ, ਆਪਣੇ ਹਲਕੇ ਦੀ ਹਰ ਬੰਦਾ ਗੱਲ ਕਰੇ, 15-15 20-20 ਮਿੰਟ ਦਿਓ ਸਭ ਨੂੰ। ਅੱਛਾ ਫਿਰ ਬਈ ਜਦੋਂ ਜੇ ਆਪਣੇ ਹਲਕੇ ਦੀ ਗੱਲ ਨਹੀਂ ਕਰੂਗਾ ਤੇ ਫਿਰ ਉਹਨੇ ਵਿਚਾਰਾ ਇੱਥੇ ਬਹਿ ਕੇ ਕਰੂਗਾ ਕੀ? ਪ੍ਰਗਟ ਸਿੰਘ ਪਹੁੰਚੇ ਨੇ ਕਿਉਂਕਿ 10 ਵਜੇ ਕਾਰਵਾਈ ਜਿਹੜੀ ਹੈ ਉਹ ਸ਼ੁਰੂ ਹੋਣੀ ਹੈ। ਸੁਖਪਾਲ ਖਹਿਰਾ ਸਾਹਿਬ, ਅੱਜ ਆਖਰੀ ਦਿਨ ਹੈ, ਕਿਵੇਂ ਦੇਖਦੇ ਹੋ? ਦੇਖੋ ਗੱਲ ਇਹ ਆ ਕਿ ਜਿਹੜਾ ਕੱਲ ਪਹਿਲਾਂ ਮੈਂ ਕਹਿਣਾ ਚਾਹੁੰਦਾ ਕਿ ਚੀਫ ਮਿਨਿਸਟਰ ਸਾਹਿਬ ਨੇ ਨਿੱਜੀ ਨਫ਼ਰਤ ਦਾ ਮੁਜ਼ਾਹਰਾ ਕੀਤਾ ਸਦਨ ਦੇ ਅੰਦਰ, ਇਹ ਸ਼ੋਭਦਾ ਨਹੀਂਗਾ। ਉਹ ਇਹ ਸਮਝ ਲੈਣ ਕਿ ਹੁਣ ਉਹ ਪਾਰਲੀਮੈਂਟ ਵਿੱਚ ਕੋਈ ਚੁਟਕਲੇ ਨਹੀਂ ਸੁਣਾ ਰਹੇ। ਉਹ ਇੱਕ ਚੀਫ ਮਿਨਿਸਟਰ ਨੇ, ਇੱਕ ਰਿਸਪੌਂਸਿਬਲ ਪੋਜੀਸ਼ਨ 'ਚ ਨੇ ਔਰ ਆਪਣੇ ਵਿਰੋਧੀਆਂ ਨੂੰ ਨਾਮਜ਼ਦ ਕਰ ਰਹੇ ਨੇ। ਜਦੋਂ ਤੁਸੀਂ ਪਹਿਲਾਂ ਹੀ ਨਾਮਜ਼ਦ ਕਰਤਾ ਕਿ ਫਲਾਨਾ ਉਹ ਕਰਪਟ ਆ, ਫਲਾਨਾ ਉਹ ਕਰਪਟ ਹੈ, ਫਿਰ ਜਾਂਚ ਦਾ ਕੀ ਮੈਨਾ ਰਹੇਗਾ? ਔਰ ਕੱਲ ਛੋਟੀ ਜੀ ਗੱਲ ਤੇ ਤਿਲ ਮਿਲਾ ਕੇ ਮੈਂ ਤਾਂ ਸਿਰਫ ਇਹ ਕਿਹਾ ਸੀਗਾ ਕਿ ਰਾਘਵ ਚੱਡਾ ਤੇ ਸੰਦੀਪ ਪਾਠਕ ਨਾ ਪੰਜਾਬੀ ਬੋਲਣਾ ਜਾਣਦੇ, ਨਾ ਉਹ ਪੰਜਾਬੀ ਲਿਖਣਾ ਜਾਣਦੇ ਨੇ। ਤੁਹਾਡੀ ਪੰਜਾਬੀ ਤੇ ਵੀ ਉਹਨਾਂ ਇਹਦੇ 'ਚ ਇੰਨਾ ਬੁਖਲਾਉਣਾ ਕਿ ਮੇਰੀ ਪੰਜਾਬੀ ਦੇ ਉੱਤੇ ਕਰਨਾ। ਮੈਂ ਤਾਂ ਤੁਹਾਡੇ ਨਾਲ ਰੋਜ਼ ਪੰਜਾਬੀ 'ਚ ਗੱਲ ਕਰਦਾ, ਅੰਗਰੇਜ਼ੀ ਵਰਲਡ ਦੀ ਲੈਂਗੁਏਜ ਹੈਗੀ ਹੈ। ਇਫ ਹੀ ਡਜ਼ਨਟ ਨੋ, ਇਫ ਭਗਵੰਤ ਮਾਨ ਕੈਨੋਟ ਅੰਡਰਸਟੈਂਡ ਔਰ ਸਪੀਕ ਇੰਗਲਿਸ਼ ਫਲੂਐਂਟਲੀ, ਇਟ ਇਜ਼ ਨਾਟ ਮਾਈ ਫਾਲਟ। ਮੈਂ ਜਿੱਥੇ ਲੋੜ ਪੈਂਦੀ ਆ ਪੰਜਾਬੀ ਵੀ ਬੋਲਦਾ, ਜਿੱਥੇ ਲੋੜ ਪੈਂਦੀ ਹਿੰਦੀ ਵੀ ਬੋਲਦਾ, ਜਿੱਥੇ ਲੋੜ ਪੈਂਦੀ ਅੰਗਰੇਜ਼ੀ ਵੀ ਬੋਲਦਾ। ਔਰ ਮੇਰੀ ਪੜ੍ਹਾਈ ਤੇ ਟਿੱਪਣੀ ਕਰ ਰਹੇ ਸੀਗੇ ਇਹ। ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਭਗਵੰਤ ਸਿੰਘ ਮਾਨ ਨੂੰ ਕਿ ਤੁਹਾਡੇ ਬੱਚੇ ਕਿੱਥੇ ਪੜ੍ਹਦੇ ਨੇ? ਪੰਜਾਬ ਦੇ ਸਤੌਜ ਪਿੰਡ ਦੇ ਸਕੂਲ 'ਚ ਪੜ੍ਹਦੇ ਨੇ ਕਿ ਅਮਰੀਕਾ ਪੜ੍ਹਦੇ ਨੇ? ਯੂ ਕੈਨ ਨਾਟ ਹੈਵ ਡਬਲ ਸਟੈਂਡਰਡਸ। ਦੂਜਿਆਂ ਤੇ ਇਲਜ਼ਾਮ ਲਾਉਣਾ ਕਿ ਜੀ ਇਹ ਬਾਹਰ ਪੜ੍ਹੇ ਨੇ, ਜੀ ਇਹ ਉਧਰ ਕੀਤਾ, ਜੀ ਇੱਧਰ ਕੀਤਾ। ਤੁਸੀਂ ਕਹਿ ਰਹੇ ਹੋ ਉਹਦੇ ਬੱਚੇ ਬਾਹਰ ਪੜ੍ਹਦੇ ਨੇ, ਅਮਰੀਕਾ ਪੜ੍ਹਦੇ ਨੇ, ਉੱਥੇ ਪੜ੍ਹੇ, ਪੁੱਛ ਲਓ, ਹਲੇ ਵੀ ਉੱਥੇ ਨੇ। ਇੱਥੋਂ ਕਹਿੰਦੇ ਨੇ ਕਿ ਜੀ ਬੱਚੇ ਵਿਦੇਸ਼ਾਂ ਵਿੱਚ ਜਾ ਰਹੇ ਨੇ, ਇੱਥੇ ਕੋਈ ਕੰਮ ਨਹੀਂ ਹੈ ਜੀ, ਉਹ ਬੜੇ ਬੇਰੋਜ਼ਗਾਰ ਨੇ। ਇਹਨਾਂ ਦੇ ਬੱਚੇ ਤਾਂ ਪਹਿਲਾਂ ਹੀ ਅਮਰੀਕਾ ਬੈਠੇ ਨੇ। ਸੋ ਇਸ ਕਰਕੇ ਜਿਹੜਾ ਇਹਨਾਂ ਦਾ ਕੰਡਕਟ ਹੈ ਨਾ ਐਜ਼ ਅ ਚੀਫ ਮਿਨਿਸਟਰ, ਉਹ ਸ਼ੋਭਦਾ ਨਹੀਂਗਾ। ਇਹਨਾਂ ਨੂੰ ਸਭ ਦੀ ਗੱਲ ਸਬਰ ਨਾਲ ਸੁਣਨੀ ਚਾਹੀਦੀ, ਸੰਤੋਖ ਨਾਲ ਸੁਣਨੀ ਚਾਹੀਦੀ ਹੈ। ਤੇ ਕੋਈ ਵੀ ਇਦਾਂ ਦੀ ਭੱਦੀ ਟਿੱਪਣੀ, ਕਿਸੇ ਦੇ ਜ਼ਾਤੀ ਅਟੈਕ ਉਹ ਨਹੀਂ ਕਰਨਾ ਚਾਹੀਦਾ। ਇਹਦਾ ਨਤੀਜਾ ਪਤਾ ਕੀ ਹੈ? ਜਦੋਂ ਮੁੱਖ ਮੰਤਰੀ ਬੋਲ ਰਿਹਾ ਮੇਰੇ ਖਿਲਾਫ, ਇਹਦਾ ਮਤਲਬ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਬੋਲ ਰਿਹਾ ਮੇਰੇ ਖਿਲਾਫ, ਸਾਰੀ ਸਟੇਟ ਐਸਟੈਬਲਿਸ਼ਮੈਂਟ ਬੋਲ ਰਹੀ ਹੈ। ਕੱਲ ਨੂੰ ਮੇਰੀ ਕੋਈ ਲਾਈਫ, ਮੇਰੀ ਕੋਈ ਲਿਬਰਟੀ, ਮੇਰੀ ਕੋਈ ਜਾਨ ਮਾਲ ਨੂੰ ਖਤਰਾ ਪਿਆ ਤੇ ਭਗਵੰਤ ਸਿੰਘ ਮਾਨ ਸਿੱਧਾ ਜ਼ਿੰਮੇਵਾਰ ਹੋ, ਕਿਉਂਕਿ ਉਹਨੇ ਆਪਣਾ ਮੁਜ਼ਾਹਰਾ ਕਰ ਦਿੱਤਾ ਕਿ ਮੈਂ ਆਈ ਹੇਟ ਯੂ। ਉਹਨੇ ਪਰਸਨਲ ਹੇਟਰਡ ਦਾ ਮੁਜ਼ਾਹਰਾ ਕੀਤਾ ਵਾ। ਔਰ ਜਿਹੜਾ ਖਤਰਾ ਲੱਗਦਾ ਭਗਵੰਤ ਮਾਨ ਨਹੀਂ, ਮੈਨੂੰ ਜਾਨ ਦਾ ਨਹੀਂ ਖਤਰਾ ਲੱਗਦਾ। ਮੈਂ ਉਹਦਾ ਗੱਲ ਕਰਦਾ ਕਿ ਜਦੋਂ ਐਸਟੈਬਲਿਸ਼ਮੈਂਟ ਇੱਕ ਸਟੇਟ ਆ, ਉਹਨਾਂ ਕੋਲ ਪੂਰਾ ਅਮਲਾ ਵਾ। ਇਹਦਾ ਮਤਲਬ ਜਦੋਂ ਚੀਫ ਮਿਨਿਸਟਰ ਇੱਕ ਮੁਜ਼ਾਹਰਾ ਕਰ ਰਿਹਾ ਕਿ ਮੈਂ ਤੇਰੇ ਨਾਲ ਨਫ਼ਰਤ ਕਰਦਾ ਵਾਂ, ਤੇ ਸਾਰੀ ਸਟੇਟ ਮੇਰੇ ਨਾਲ ਨਫ਼ਰਤ ਕਰਦੀ ਹੈ ਨਾ। ਸੋ ਦੇਅਰਫੋਰ ਐਨੀਥਿੰਗ ਕੈਨ ਹੈਪਨ ਟੂ ਮੀ। ਇਹ ਤਾਂ ਫਿਰ ਤੁਹਾਡੇ ਦੋਹਾਂ ਦੀ ਰਹਿ ਜਾਣੀ ਹੈ ਜੀ। ਗਿਆਸਪੁਰਾ ਜੀ, ਸਪਲੀਮੈਂਟਰੀ ਹੈ ਇਸ ਸਵਾਲ ਤੇ? ਹਾਂਜੀ ਹਾਂਜੀ ਜੀ, ਧੰਨਵਾਦ ਸਪੀਕਰ ਸਾਹਿਬ, ਤੁਸੀਂ ਮੌਕਾ ਦਿੱਤਾ। ਮੈਂ ਸਰ ਇਹ ਗੱਲ ਸਦਨ ਨੂੰ ਦੱਸਣਾ ਚਾਹਾਂਗਾ ਕਿ ਪਟਵਾਰੀਆਂ ਦੀ ਸਮੱਸਿਆ ਬੜੀ ਗੰਭੀਰ ਹੈ ਹਰੇਕ ਪਿੰਡ ਦੇ ਵਿੱਚ, ਹਰੇਕ ਸਰਕਲ ਦੇ ਵਿੱਚ। ਔਰ ਅੱਜ ਤੋਂ ਪਹਿਲਾਂ ਜਿਹੜੇ ਪਟਵਾਰੀ ਹੁੰਦੇ ਸੀ ਉਹ ਇੱਕ ਦੋ ਤਿੰਨ ਸਰਕਲ ਮੰਗ ਕੇ ਲੈਂਦੇ ਹੁੰਦੇ ਸੀ, ਕਿਉਂਕਿ ਵਿੱਤੀ ਕਾਰਨ ਬੜੇ ਸੀ। ਤੁਸੀਂ ਸਵਾਲ ਪੁੱਛੋ ਸਰ। ਮੈਂ ਸਵਾਲ ਇਹ ਪੁੱਛਣਾ ਚਾਹੁੰਦਾ ਸਾਡੇ ਮੰਤਰੀ ਸਾਹਿਬ ਨੂੰ ਕਿ ਮੰਤਰੀ ਜੀ, ਜਿਹੜੇ ਪਟਵਾਰੀ ਸਰਕਲ ਛੱਡ ਗਏ ਆ, ਉਹਨਾਂ ਲਈ ਤੁਸੀਂ ਉਹਨਾਂ ਦੇ ਨਾਲ ਕੀ ਗੱਲ ਕਰ ਰਹੇ? ਕਿਉਂਕਿ ਅੱਗੇ ਤਾਂ 2-2 3-3 4-4 ਸਰਕਲ ਲੈ ਕੇ ਰੱਖਦੇ ਸੀ। ਦੂਜੀ ਗੱਲ ਇਹ ਮੈਂ ਪੁੱਛਣੀ ਚਾਹੁੰਦਾ ਕਿ ਜਿਹੜੇ ਸਾਡੇ ਸਬ ਡਿਵੀਜ਼ਨਾਂ ਨੇ, ਉਹਨਾਂ ਸਬ ਡਿਵੀਜ਼ਨਾਂ ਦੇ ਵਿੱਚ ਕੀ ਕੋਈ ਪੈਰਿਟੀ ਬਣਾਈ ਜਾਊਗੀ ਕਿ ਸਾਰੇ ਇੱਕੋ ਜਿਹੇ ਪਟਵਾਰੀ ਹੋਣ ਹਰੇਕ ਸਬ ਡਿਵੀਜ਼ਨ ਦੇ ਵਿੱਚ? ਕਿਉਂਕਿ ਮੇਰੀ ਸਬ ਡਿਵੀਜ਼ਨ ਦੇ ਵਿੱਚ ਸਿਰਫ 4 ਪਟਵਾਰੀ ਨੇ। ਕੀ ਇਦਾਂ ਦੀ ਕੋਈ ਆਪਾਂ ਪੈਰਿਟੀ? ਇਹ ਵੱਖਰਾ ਬਣਦਾ ਜੀ ਸਵਾਲ। ਰਾਣਾ ਇੰਦਰ ਪ੍ਰਤਾਪ ਸਿੰਘ ਐਬਸੈਂਟ। ਸਵਾਲ ਅੱਗੇ ਪਾ ਲਿਆ ਜਾਵੇ। ਸ਼੍ਰੀ ਅਵਤਾਰ ਸਿੰਘ ਜੂਨੀਅਰ। ਸਪੀਕਰ ਸਾਹਿਬ 145 ਜੀ। ਹੱਸ ਕੇ ਕਿਆ ਕਰੋ ਯਾਰ, ਤੁਸੀਂ ਹੱਸਦੇ ਨਹੀਂ। ਸਰਦਾਰ ਹਰਪਾਲ ਸਿੰਘ ਚੀਮਾ ਜੀ, ਵਿੱਤ ਮੰਤਰੀ। ਮਾਨਯੋਗ ਸਪੀਕਰ ਸਾਹਿਬ, ਜਲੰਧਰ ਵਿਖੇ ਲਾਟਰੀ ਦੀਆਂ ਦੁਕਾਨਾਂ ਤੇ ਕੇਵਲ ਸਰਕਾਰੀ ਲਾਟਰੀ ਦੀਆਂ ਟਿਕਟਾਂ ਦੀ ਵਿਕਰੀ ਕੀਤੀ ਜਾਂਦੀ ਹੈ ਸਰ, ਕੀਤੀ ਜਾ ਸਕਦੀ ਹੈ। ਇਸ ਉੱਪਰ ਲੋਕਲ ਪੁਲਿਸ ਦੁਆਰਾ ਨਿਗਰਾਨੀ ਰੱਖੀ ਜਾਂਦੀ ਹੈ ਸਰ। ਅਤੇ ਜੇਕਰ ਕੋਈ ਲਾਟਰੀ ਵੇਚਣ ਵਾਲਾ ਵਿਅਕਤੀ
ਗੈਰ ਕਾਨੂੰਨੀ ਗਲਤ ਲਾਟਰੀ ਦੀ ਵਿਕਰੀ ਕਰਦਾ ਪਾਇਆ ਜਾਂਦਾ ਤਾਂ ਲੋਕਲ ਪੁਲਿਸ ਦੁਆਰਾ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ। ਲਾਟਰੀ ਵਿਭਾਗ ਦੁਆਰਾ ਵਿਭਾਗ ਵਿੱਚ ਦਫ਼ਤਰ ਐਡੀਸ਼ਨਲ ਡਾਇਰੈਕਟਰ ਜਨਰਲ ਮੰਤਰੀ ਜੀ ਤੁਹਾਡਾ ਸਵਾਲ ਜਵਾਬ ਤਾਂ ਲਿਖਤੀ ਤੌਰ ਤੇ ਪਹੁੰਚ ਗਿਆ, ਹੁਣ ਉਹਨਾਂ ਨੂੰ ਸਪਲੀਮੈਂਟਰੀ ਪੁੱਛ ਲੈਣੇ। ਬਿਲਕੁਲ ਸਪਲੀਮੈਂਟਰੀ ਜੀ। ਸਪੀਕਰ ਸਾਹਿਬ ਤੁਹਾਡੇ ਮਾਰਫਤ ਮੈਂ ਵਜ਼ੀਰ ਸਾਹਿਬ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਸਰ ਇਹ ਜਿਹੜਾ ਲੋਟਰੀ ਦਾ ਇੱਕ ਤਾਂ ਸਿਰਫ 3 ਮਹੀਨਿਆਂ ਦੇ ਵਿੱਚ ਰੈਵਨਿਊ 16.05 ਕਰੋੜ ਰੁਪਇਆ ਸਾਡੇ ਖਜ਼ਾਨੇ ਦੇ ਵਿੱਚ ਆਇਆ ਹੈ, ਕੀ ਇਹਦੇ ਵਿੱਚ ਇਜ਼ਾਫਾ ਕਰਨ ਵਾਸਤੇ ਕਿਹੜੇ-ਕਿਹੜੇ ਕਦਮ ਵਜ਼ੀਰ ਸਾਹਿਬ ਚੱਲ ਰਹੇ ਹਨ? ਦੂਜਾ ਸਰ ਇਹ ਜਿਹੜਾ ਲੋਟਰੀਆਂ ਦਾ ਤੇ ਅੱਜ ਲਾਅ ਐਂਡ ਆਰਡਰ ਦੀ ਜੋ ਸਿਚੁਏਸ਼ਨ ਪੰਜਾਬ ਦੇ ਵਿੱਚ ਹੈ, ਇਹਦੇ ਵਿੱਚ ਗੈਂਗਸਟਰਸ ਦਾ ਬਹੁਤ ਜ਼ਿਆਦਾ ਇਨਵੋਲਵਮੈਂਟ ਹੋ ਗਈ ਹੈ, ਜਿਹਦੇ ਵਿੱਚ IPL ਦੇ ਵਿੱਚ ਜਿਹੜੇ ਬੁੱਕੀਜ਼ ਹੈਗੀਆਂ ਉਹ ਲੋਕਾਂ ਤੋਂ ਜ਼ਬਰਨ ਫਰੌਤੀ ਕਰਦੇ ਹੈਗੇ ਆ, ਜਿਹੜੇ ਲੋਟਰੀ ਵਾਲੇ ਨਹੀਂ ਗਰੀਬ ਗੁਰਬਾ ਇਨਸਾਨ ਜਿਹੜੇ ਉੱਥੇ ਚਲੇ ਜਾਂਦੇ ਆ ਉਹਨਾਂ ਤੋਂ ਪੈਸੇ ਲੁੱਟੇ ਜਾਂਦੇ ਆ, ਕਿ ਇਹਦੇ ਵਿੱਚ ਫਾਈਨੈਂਸ ਮਿਨਿਸਟਰ ਸਾਹਿਬ ਐਂਡ ਹੋਮ ਮਿਨਿਸਟਰ ਸਾਹਿਬ ਅੱਜ CM ਸਾਹਿਬ ਨਹੀਂ ਬੈਠੇ ਹੈਗੇ ਆ, ਕੋਈ ਇਹੋ ਜੀ ਪਾਲਿਸੀ ਬਣਾਉਣ ਕਿ ਜਿਹੜਾ ਇਹ IPL ਦੇ ਉੱਤੇ ਖਾਸ ਕਰਕੇ ਸੱਟਾ ਚੱਲਦਾ ਹੈਗਾ ਇਹ ਪੰਜਾਬ ਵਿੱਚੋਂ ਬੰਦ ਹੋਵੇ। ਮਿਹਰਬਾਨੀ। ਮੰਤਰੀ ਜੀ। ਮਾਨਯੋਗ ਸਪੀਕਰ ਸਾਹਿਬ, ਜਨਵਰੀ 2022 ਤੋਂ ਲੈ ਕੇ ਮਈ 2022 ਤੱਕ ਹੈਗਾ 16.05 ਕਰੋੜ ਰੁਪਏ ਦੀ ਜਿਹੜੀ ਹੈ ਮਾਲੀਆ ਪ੍ਰਾਪਤ ਹੋਇਆਗਾ। ਜਿਹੜੀ ਗੱਲ ਮਾਨਯੋਗ ਮੈਂਬਰ ਸਾਹਿਬ ਨੇ ਕੀਤੀ ਆ ਕਿ ਦੜਾ ਸੱਟਾ ਚੱਲਦਾਗਾ ਜਾਂ ਹੋਰ, ਉਹਦੇ ਸੰਬੰਧੀ ਜਿਹੜੀ ਆਲਰੇਡੀ 71 ਕੇਸ ਜਿਹੜੇ ਨੇਗੇ ਉਹ ਜਲੰਧਰ 'ਚ ਰਜਿਸਟਰ ਕੀਤੇ ਜਾ ਚੁੱਕੇ ਨੇਗੇ, ਔਰ ਜਿੱਥੇ ਵੀ ਸਾਡੇ ਧਿਆਨ ਚਾਹੁੰਦਾ ਅਸੀਂ ਕਰਦੇ ਹਾਂ। ਔਰ ਆਨਲਾਈਨ ਜਿਹੜੀ ਲਾਟਰੀ ਆ, ਆਨਲਾਈਨ ਲਾਟਰੀ ਜਿਹੜੀ ਆ ਉਹ ਪੰਜਾਬ 'ਚ ਬੰਦ ਆ। ਜਦੋਂ ਆਨਲਾਈਨ ਲਾਟਰੀ ਹੁੰਦੀ ਆ, ਮੈਂ ਮਾਨਯੋਗ ਮੈਂਬਰ ਸਾਹਿਬ ਨੂੰ ਦੱਸਣਾ ਚਾਹੁੰਦਾਗਾ, ਉਸ ਸਮੇਂ ਇਸ ਤਰ੍ਹਾਂ ਦੇ ਗੈਰ ਕਾਨੂੰਨੀ ਕੰਮ ਬਹੁਤ ਜ਼ਿਆਦਾ ਹੁੰਦੇ ਨੇ ਕਿ ਇਹ ਪੇਪਰ ਜਿਹੜੀ ਆ ਪੇਪਰ ਵਾਲੀ ਲਾਟਰੀ ਆ, ਪੇਪਰ ਖਰੀਦਿਆ ਜਾਂਦਾਗਾ ਔਰ ਅਧਿਕਾਰਤ ਦੁਕਾਨਾਂ ਤੇ ਜਿਹੜਾ ਉਹ ਵਿਕਦਾਗਾ। ਸੋ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ। ਜਿਹੜਾ ਵੀ ਜਦੋਂ ਵੀ ਸਾਡੇ ਕੋਈ ਗੈਰ ਕਾਨੂੰਨੀ ਕੰਮ ਜਿਹੜਾ ਕਰਦਾਗਾ, ਕੋਈ ਵੀ ਵਿਅਕਤੀ ਕਰਦਾਗਾ ਤਾਂ ਉਹਦੇ ਖਿਲਾਫ ਕਾਰਵਾਈ ਹੁੰਦੀ ਹੈ। ਔਰ ਦੂਜੀ ਗੱਲ ਮੈਂ ਹਾਊਸ ਨੂੰ ਦੱਸਣਾ ਚਾਹੁੰਦਾਗਾ, ਪਹਿਲਾਂ ਸ਼ੁਰੂਆਤ ਦੇ ਵਿੱਚ ਇਸ ਦਾ ਜਿਹੜਾ ਜਦੋਂ ਅਲਾਟ ਹੋਇਆ ਸੀ ਜਿਸ ਨੂੰ, ਉਹ 65 ਕਰੋੜ ਰੁਪਏ ਦਾ ਅਲਾਟ ਹੋਇਆ ਸੀਗਾ, 65 ਕਰੋੜ ਰੁਪਏ ਦਾ ਅਲਾਟ ਹੋਇਆ ਸੀਗਾ, ਔਰ ਉਸ ਤੋਂ ਬਾਅਦ ਘਟਾ ਕੇ ਉਹ 35 ਕਰੋੜ ਰੁਪਏ ਦਾ ਉਸੇ ਵਿਅਕਤੀ ਨੂੰ ਅਲਾਟ ਕਰ ਦਿੱਤਾ ਗਿਆ। ਸੋ ਇਹਦੀ ਜਾਂਚ ਜਿਹੜੀ ਅਸੀਂ ਕਰ ਰਹੇ ਹਾਂ ਕਿ ਕੀ ਕਾਰਨ ਰਹੇ ਨੇਗੇ। ਉਹ ਉਸ ਸਮੇਂ ਦੇ ਜਿਹੜੇ ਹੈਗੇ ਡਿਪਾਰਟਮੈਂਟ ਦੇ ਆਫੀਸਰ ਸਾਹਿਬਾਨ ਨੇ ਜਾਂ ਮਿਨਿਸਟਰ ਸਾਹਿਬਾਨ ਨੇ ਉਹ ਇੰਨਾ ਵੱਡਾ ਘਾਟਾ ਜਿਹੜਾ ਹੈਗਾ ਰੈਵਨਿਊ ਦਾ ਇਸ ਵਿੱਚ ਕਿਉਂ ਪਾਇਆ, ਉਹਦੇ ਦੀ ਜਿਹੜੀ ਅਸੀਂ ਡਿਪਾਰਟਮੈਂਟ ਦੇ ਸਾਡਾ ਡਿਪਾਰਟਮੈਂਟ ਜਿਹੜਾ ਹੈਗਾ ਦੇਖ ਰਿਹਾ ਹੈਗਾ ਕਿ ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਉਹਦੇ ਖਿਲਾਫ ਕਾਰਵਾਈ ਕਰਾਂਗੇ, ਕਿਉਂਕਿ ਕਾਫੀ ਵੱਡਾ ਰੈਵਨਿਊ ਦਾ ਵਿੱਚ ਲਾਸ ਹੋਣ ਦਾ ਖਤਰਾ ਹੈਗਾ। ਇਹਦੀ ਜਾਂਚ ਹੋ ਰਹੀ ਹੈਗੀ। ਸੋ ਦੇਖਦੇ ਹਾਂ ਜੇਕਰ ਕੋਈ ਦੋਸ਼ੀ ਹੋਇਆ ਤਾਂ ਉਹਦੇ ਤੇ ਕਾਰਵਾਈ ਹੋਊਗੀ। ਹੈਨਰੀ ਜੀ। ਸਪੀਕਰ ਸਾਹਿਬ, ਮੇਰਾ ਪਹਿਲਾ ਦੂਜਾ ਸਵਾਲ ਸੀ ਕਿ ਜਿਹੜਾ ਗੈਂਗਸਟਰਸ ਦਾ ਤੇ ਸੱਟੇਬਾਜ਼ਾਂ ਦਾ ਨੈਕਸਸ ਸੀ, ਕੀ ਉਹਦੇ ਵਿੱਚ ਫਾਈਨੈਂਸ ਮਿਨਿਸਟਰ ਸਾਹਿਬ ਮੁੱਖ ਮੰਤਰੀ ਸਾਹਿਬ ਦੇ ਨਾਲ ਬੈਠ ਕੇ ਕੋਈ ਇਹੋ ਜੀ ਪਾਲਿਸੀ ਬਣਾਉਣਗੇ ਕਿ ਇਸ ਨੈਕਸਸ ਨੂੰ ਤੋੜਿਆ ਜਾ ਸਕੇ? 3 ਮਹੀਨਿਆਂ 'ਚ ਸਿਰਫ 71 ਕੇਸ ਦਰਜ ਹੋਏ ਆ ਸਰ, ਐਂਡ ਲੋਕਾਂ ਤੋਂ ਜ਼ਬਰਨ ਲੱਖਾਂ ਕਰੋੜਾਂ ਰੁਪਈਆ ਇਕੱਠਾ ਗਿਆ। ਅਗਰ ਪਲੀਜ਼ ਇਹ ਹਾਊਸ ਨੂੰ ਆਸ਼ਵਾਸਨ ਦੇ ਦੇਣ ਤੇ ਮਿਹਰਬਾਨੀ ਹੋਈ। ਥੈਂਕ ਯੂ। ਮੰਤਰੀ ਜੀ। ਮਾਨਯੋਗ ਸਪੀਕਰ ਸਾਹਿਬ, ਆਲਰੇਡੀ ਜਿਹੜਾ ਹੈਗਾ ਅਸੀਂ ਸਾਈਬਰ ਸੈੱਲ ਜਿਹੜੇ ਨੇ ਕਿ ਉਹ ਡਿਸਟ੍ਰਿਕਟ ਲੈਵਲ ਤੇ ਜਿਹੜਾ ਹੈਗਾ ਐਸਟੈਬਲਿਸ਼ ਕਰਨ ਦੇ ਲਈ 30 ਕਰੋੜ ਰੁਪਏ ਰੱਖ ਦਿੱਤੇ ਨੇਗੇ, ਕਿਉਂਕਿ ਜਦੋਂ ਕੋਈ ਆਨਲਾਈਨ ਫੜਨਾਗਾ ਜਾਂ ਮੋਬਾਈਲ ਤੇ ਜਿਸ ਤਰ੍ਹਾਂ ਕਿਹਾ ਗਿਆ ਕੋਈ ਧਮਕੀਆਂ ਦੇ ਕੇ ਪੈਸੇ ਮੰਗਦਾਗਾ ਤਾਂ ਉੱਥੇ ਪਤਾ ਲੱਗੂਗਾ। ਬਿਲਕੁਲ ਉਹਦੇ ਅਸੀਂ ਸਾਈਬਰ ਜਿਹੜੇ ਸੈੱਲ ਨੇ ਡਿਸਟ੍ਰਿਕਟ ਲੈਵਲ ਤੇ ਜਿਹੜੇ ਉਹ ਕਰ ਦਿੱਤੇ ਗਏ। 30 ਕਰੋੜ ਰੁਪਏ ਰਾਖਵਾ ਰੱਖ ਦਿੱਤਾ। ਥੈਂਕ ਯੂ। ਡਾਕਟਰ ਚਰਨਜੀਤ ਸਿੰਘ, ਇਹਨਾਂ ਦਾ ਸਵਾਲ ਮੁਲਤਵੀ ਕੀਤਾ ਗਿਆ। ਪ੍ਰੋਫੈਸਰ ਜਸਵੰਤ ਸਿੰਘ ਗੱਜਣ ਮਾਜਰਾ। ਪ੍ਰਸ਼ਨ ਨੰਬਰ 88। ਸ਼੍ਰੀ ਗੁਰਮੀਤ ਸਿੰਘ ਮੀਤਹੇਰ, ਮਾਨਯੋਗ ਖੇਡ ਮੰਤਰੀ। ਸ਼੍ਰੀਮਾਨ ਜੀ, ਪੰਜਾਬ ਰਾਜ ਵਿੱਚ ਜ਼ਿਆਦਾਤਰ ਪਿੰਡਾਂ ਵਿੱਚ ਪੰਚਾਇਤੀ ਜ਼ਮੀਨਾਂ ਉੱਤੇ ਅਤੇ ਸਕੂਲ ਖੇਡ ਵਿਭਾਗ ਦੀਆਂ ਗਰਾਊਂਡਾਂ ਖੇਡਣ ਲਈ ਉਪਲਬਧ ਹਨ। ਫਿਰ ਵੀ ਜੇਕਰ ਕਿਸੇ ਪਿੰਡ ਵਿੱਚ ਗਰਾਊਂਡ ਨਹੀਂ ਹੈ ਅਤੇ ਉਸ ਪਿੰਡ ਵਿੱਚ ਜ਼ਮੀਨ ਦੀ ਭਾਲ ਕਰਨ ਉਪਰੰਤ ਖੇਡ ਗਰਾਊਂਡ ਮਨਰੇਗਾ ਸਕੀਮ ਤਹਿਤ ਬਣਾਉਣ ਦਾ ਉਪਰਾਲਾ ਕੀਤਾ ਜਾ ਸਕਦਾ ਹੈ। ਜਿਸ ਪਿੰਡ ਵਿੱਚ ਪੰਚਾਇਤੀ ਜ਼ਮੀਨ ਨਹੀਂ ਹੈ ਉੱਥੇ ਸਕੂਲ ਦੇ ਗਰਾਊਂਡਾਂ ਨੂੰ ਖੇਡ ਲਈ ਵਰਤਿਆ ਜਾ ਸਕਦਾ ਹੈ। ਗੱਜਣ ਮਾਜਰਾ ਜੀ। ਮਾਨਯੋਗ ਮੰਤਰੀ ਜੀ, ਮੈਂ ਜਿਹੜਾ ਸਾਡਾ ਮਲੇਰਕੋਟਲਾ ਤੇ ਅਮਰਗੜ੍ਹ ਵਿਸ਼ੇਸ਼ ਤੌਰ ਤੇ ਹਲਕੇ, ਉਹ ਨਵਾਬੀ ਇਲਾਕਾ ਸੀ, ਬਹੁਤ ਵੱਡੀ ਕਹਾਣੀ ਸੀ ਉਸ ਦੀ। ਸੋ ਪਿੰਡ ਬਹੁਤ ਘੱਟ ਥੇ, ਅੰਗਰੇਜ਼ ਗੌਰਮੈਂਟ ਉਹਨੂੰ ਤੋੜਨਾ ਚਾਹੁੰਦੀ ਸੀ, ਉਹਨਾਂ ਨੇ 2-2 ਪਿੰਡਾਂ ਦੇ ਨਾਂ ਰੱਖੇ। ਉਸ ਪਿੰਡਾਂ 'ਚ ਪਾਪੂਲੇਸ਼ਨ ਕਾਫੀ ਹੋ ਗਈ,
ਤਿੱਖਾ ਮੁਆਵਜ਼ਾ ਵੀ ਵੱਧ ਮੰਗਦੇ ਸੀ। ਇਸ ਕਰਕੇ ਉੱਥੇ ਬਹੁਤ ਪਿੰਡ ਹੈ ਸਵਾਲ ਜਿਹਦੇ ਪੁੱਛੋ ਜੀ, ਸਵਾਲ। ਹਾਂਜੀ ਸਵਾਲ ਹੈ ਜੀ। ਸਵਾਲ। ਇੱਕ ਕੁਐਸਚਨ ਇੱਕ ਵੀ ਸਾਂਝੀ ਜ਼ਮੀਨ ਨਹੀਂ ਛੱਡੀ ਗਈ ਪੰਚਾਇਤੀ। ਕਈ ਪਿੰਡ ਇਹੋ ਜਿਹੇ ਨੇ ਜਦੋਂ ਅਸੀਂ ਵੋਟਾਂ ਦੇ ਵਿੱਚ ਜਾਂ ਪਹਿਲਾਂ ਮਗਰ ਵੀ ਜਾਂਦੇ ਆ। ਸਵਾਲ ਪੁੱਛੋ ਸਰ, ਸਿਰਫ ਇੱਕੋ ਸਵਾਲ ਤੇ ਸਾਰਾ ਟਾਈਮ ਲੰਘ ਜਾਣਾ। ਉਹਦੇ ਉਹੀ ਸਵਾਲ ਹੈ ਸਰ। ਹਾਂ, ਪੁੱਛੋ ਸਵਾਲ ਪੁੱਛੋ। ਜਦੋਂ ਨੌਜਵਾਨ ਸਾਡੇ ਹੱਥ ਬੰਨ੍ਹ ਕੇ ਕੋਲੇ ਖੜਦੇ ਨੇ ਵੀ ਸਾਨੂੰ ਕਈ ਪਿੰਡ ਪ੍ਰਾਇਮਰੀ ਸਕੂਲ ਨੇ ਉੱਥੇ ਗਰਾਊਂਡ ਨਹੀਂ, ਕੋਈ ਸਰਕਾਰੀ ਤੁਸੀਂ ਜ਼ਮੀਨ ਕੀ ਨਹੀਂ। ਪੁੱਛਣਾ ਚਾਹੁੰਦੇ ਹੋ ਮੈਨੂੰ ਇਹ ਦੱਸੋ। ਮੈਂ ਸਰ ਪੁੱਛਣਾ ਇਹ ਚਾਹਣਾ ਵੀ ਨਾ ਤਾਂ ਉੱਥੇ ਪੰਚਾਇਤ ਪ੍ਰਾਇਮਰੀ ਸਕੂਲ ਆ, ਉੱਥੇ ਗਰਾਊਂਡ ਆ, ਨਾ ਉੱਥੇ ਹਾਈ ਸਕੂਲ ਆ। ਕਈ ਪਿੰਡ ਇਹੋ ਜਿਹੇ ਨੇ ਕੀ ਤੁਸੀਂ ਨਾ ਇੱਕ ਬਿੱਗਾ ਬੈਠੋ, ਸਰਕਾਰੀ ਜ਼ਮੀਨ ਆ। ਬੈਠੋ, ਕੀ ਤੁਸੀਂ ਸਕੂਲਾਂ ਦੇ ਵਿੱਚ ਗਰਾਊਂਡਾਂ ਦਾ ਪ੍ਰਬੰਧ ਕਰਕੇ ਦਿਓਗੇ ਜੀ ਮੰਤਰੀ ਜੀ? ਸਰ ਜਿਵੇਂ ਮੈਂਬਰ ਸਾਹਿਬ ਨੇ ਦੱਸਿਆ, ਕਿਉਂਕਿ ਇਦਾਂ ਦੇ ਪੰਜਾਬ 'ਚ ਬਹੁਤ ਸਾਰੇ ਪਿੰਡ ਹੈ ਜਿੱਥੇ ਨਾ ਤਾਂ ਸਰ ਸਕੂਲਾਂ ਕੋਲੇ ਗਰਾਊਂਡ ਹੈ ਤੇ ਨਾ ਹੀ ਪੰਚਾਇਤੀ ਜ਼ਮੀਨ ਆ। ਕੱਲ ਇੱਕ ਸਵਾਲ ਦਾ ਜਵਾਬ ਦੇ ਰਹੇ ਸੀ, ਮੇਰੇ ਨਾਲ ਬੈਠਾ ਪੰਚਾਇਤੀ ਮੰਤਰੀ ਜੀ ਮਾਨਯੋਗ, ਇਹਨਾਂ ਨੇ ਸਰ ਛੱਪੜਾਂ ਲਈ ਵੀ ਕਿਹਾ ਹੈ ਵੀ ਅਸੀਂ ਜ਼ਮੀਨ ਖਰੀਦ ਕੇ ਦੇ ਦਾਂਗੇ। ਸੋ ਮੈਂ ਸਰ ਜੇ ਮੰਤਰੀ ਸਾਹਿਬ ਸਾਨੂੰ ਗਰਾਊਂਡ ਬਣਾਉਣ ਲਈ ਵੀ ਪੰਚਾਇਤੀ ਮੰਤਰੀ ਜ਼ਮੀਨ ਖਰੀਦ ਕੇ ਦੇ ਦੇਣ ਤਾਂ ਸਰ ਅਸੀਂ ਉੱਥੇ ਵੀ ਜਿਹੜੇ ਗਰਾਊਂਡ ਆ ਉਹ ਬਣਾ ਦਿਆਂਗੇ। ਇਆਲੀ ਸਾਹਿਬ, ਸਾਡੇ ਨਾਲ ਕੁਝ ਪਿੰਡਾਂ ਦੇ ਵਿੱਚ ਜਗ੍ਹਾ ਨਹੀਂ ਸੀਗੀ, ਉਹ ਕਿਤੇ ਨਾ ਕਿਤੇ ਪ੍ਰਬੰਧ ਕਰ ਸਕਦੇ ਹੋ, ਉਹ ਤੇ ਗੌਰ ਕਰਿਓ। ਕੁਝ ਪਿੰਡਾਂ 'ਚ ਨਾ ਛੱਪੜ, ਜਿਵੇਂ ਸਾਡੇ 3 ਪਿੰਡ, ਜੋਧਾ ਪਿੰਡ ਸੀਗਾ ਬੜਾ ਮਸ਼ਹੂਰ ਪਿੰਡ ਆ ਜੀ, ਕੁਲਾਰ ਪਿੰਡ ਆ, ਉੱਥੇ ਛੱਪੜ ਬਹੁਤ ਵੱਡੇ ਸੀਗੇ, 6-6 ਕਿੱਲੇ 'ਚ ਸੀਗੇ। ਉਹਨੂੰ ਕੀ ਕੀਤਾ ਗਿਆ ਵੀ ਉਹਦੇ 'ਚ ਆਪਾਂ ਜਿਵੇਂ 3 ਕਿੱਲੇ ਛੱਪੜ ਰੱਖ ਲਿਆ, ਉਹਨੂੰ ਸਾਫ਼ ਵੀ ਕਰਤਾ, ਥੋੜਾ ਉਹਨੂੰ 4-5 ਫੁੱਟ ਡੂੰਘਾ ਉਹਦੇ 'ਚ ਭਰ ਕੇ 3 ਕਿੱਲੇ 'ਚ ਗਰਾਊਂਡ ਬਣ ਗਏ। ਕਾਫੀ ਪਿੰਡਾਂ ਦੇ ਵਿੱਚ ਅਸੀਂ ਬਣਾਏ ਨੇ ਤੇ ਉਹ ਉੱਥੇ ਉਹ ਛੱਪੜ ਦਾ ਵੀ ਸਹੀ ਚੱਲ ਰਿਹਾ, ਸਫਾਈ ਕਰਕੇ ਉਹਦੇ ਪੋਸਟਰ ਬਣਾ ਦਿੱਤੇ ਗਏ ਤੇ ਉੱਥੇ ਗਰਾਊਂਡ ਵੀ ਬਣ ਗਿਆ। ਵੀ ਕੁਝ ਪਿੰਡਾਂ ਜਿੱਥੇ ਛੱਪੜਾਂ ਦੀ ਜਗ੍ਹਾ ਜ਼ਿਆਦਾ ਹੈਗੀ ਤੇ ਗਰਾਊਂਡ ਨਹੀਂ ਹੈਗਾ ਤਾਂ ਉੱਥੇ ਤੁਸੀਂ ਉਹ ਆਪਾਂ ਕੱਢ ਸਕਦੇ ਆ ਜੀ। ਵੈਸੇ ਛੱਪੜਾਂ ਦਾ ਲੈਂਡ ਯੂਜ਼ ਚੇਂਜ ਕੀਤਾ ਨਹੀਂ ਜਾ ਸਕਦਾ, ਮੰਤਰੀ ਸਾਹਿਬ ਦੱਸ ਦਿੰਦੇ ਉਹ ਮੈਂ ਦੱਸ ਜੀ ਮੰਤਰੀ।